कि काफ़ी इंटरनेशनल स्टूडेंट्स इत्थे उबर ईट कर रहे हैं, नाल दी नाल राइड शेयर कर रहे हैं, मीनस वो टैक्सी चला रहे हैं, कि उन्हां ते GST उबर ईट वाली अमाउंट ते भी देना पएगा उन्हां नूं? नहीं तो तुसी कोई भी अगर घर एबीएन ते काम कर रहे हो तो उहदे ते तुहानूं GST पे करनी पेगी। ਸਤਿ ਸ਼੍ਰੀ ਅਕਾਲ ਦੋਸਤੋ, ਜਦੋਂ ਵਿਦੇਸ਼ ਜਾਣ ਦੀ ਗੱਲ ਆਉਂਦੀ ਹੈ ਤੇ ਸਭ ਤੋਂ ਪਹਿਲਾਂ ਜਹਿਨ 'ਚ ਇਹ ਗੱਲ ਆਉਂਦੀ ਹੈ ਕਿ ਉੱਥੇ ਜਾ ਕੇ ਡਾਲਰ ਕਮਾਣੇ ਆ। ਡਾਲਰ ਕਮਾਣੇ ਆ ਤੇ ਤੁਹਾਨੂੰ ਪਤਾ ਹੋਏਗਾ ਕਿ ਇੱਥੇ ਡਾਲਰਸ ਦੇ ਵਿੱਚ ਹੀ ਆਪਾਂ ਨੂੰ ਟੈਕਸ ਦੇਣਾ ਪੈਂਦਾ ਤੇ ਟੈਕਸ ਵੀ ਕਾਫੀ ਜ਼ਿਆਦਾ ਹੁੰਦਾ। ਸੋ ਇਹ ਜਿਹੜਾ ਵਿਸ਼ਾ ਹੈ ਇਹ ਕਾਫੀ ਲੰਬਾ ਵਿਸ਼ਾ ਹੈ ਟੈਕਸ ਦਾ, ਤੇ ਇਹਦੇ ਪ੍ਰਤੀ ਬਹੁਤ ਸਾਰੇ ਲੋਕ ਜਿਹੜੇ ਆਪਣੇ ਇੰਡੀਆ ਤੋਂ ਹੈ ਜਾਂ ਖਾਸ ਤੌਰ ਤੇ ਪੰਜਾਬ ਤੋਂ ਹੈ ਤੇ ਉਹਨਾਂ ਦੇ ਮਨ 'ਚ ਕਾਫੀ ਜਿਹੜੀਆਂ ਸ਼ੰਕਾ ਹੈਗੀਆਂ ਕਿ ਕਾਫੀ ਚੀਜ਼ਾਂ ਉਹਨਾਂ ਦੀਆਂ ਕਲੀਅਰ ਨਹੀਂ ਹੈਗੀਆਂ। ਸੋ ਅੱਜ ਆਪਾਂ ਟੈਕਸ ਦੇ ਵਿਸ਼ੇ ਤੇ, GST ਦੇ ਵਿਸ਼ੇ ਤੇ ਜਿਹੜਾ ਆਸਟ੍ਰੇਲੀਆ ਦੇ ਵਿੱਚ ਕੰਮ ਕਰਨਾ ਹੈ ਉਹ ਕੰਮ ਤੁਸੀਂ ਕਿਹੜੀ ਚੀਜ਼ ਤੇ ਕਰ ਸਕਦੇ ਹੋ, ਜਿੱਦਾਂ ਕਿ ਇੱਥੇ TFN ਹੈ ਜਾਂ ਦੂਸਰਾ ਹੈਗਾ ABN। ਸੋ ਸਾਰੀਆਂ ਚੀਜ਼ਾਂ ਬਾਰੇ ਅੱਜ ਆਪਾਂ ਜਾਣਾਂਗੇ ਤੇ ਮੈਨੂੰ ਲੱਗਦਾ ਕਿ ਇਸ ਵੀਡੀਓ ਦੇ ਜ਼ਰੀਏ ਜੇ ਤੁਹਾਡੇ ਮਨ 'ਚ ਕੋਈ ਸਵਾਲ ਹੈਗੇ ਹੈ ਤੇ ਉਹ ਮੈਨੂੰ ਲੱਗਦਾ ਸਾਰੇ ਸਵਾਲ ਤੁਹਾਡੇ ਬਿਹਾਫ ਤੇ ਅੱਜ ਮੈਂ ਪੁੱਛ ਲੈਣੇ ਹੈ ਤੇ ਉਹ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਅੱਜ ਮਿਲ ਜਾਣੇ ਆ। ਤੇ ਮੈਂ ਸਪੈਸ਼ਲ ਇਸ ਐਪੀਸੋਡ ਦੇ ਵਿੱਚ ਰਿਕੁਐਸਟ ਤੇ ਆਪਣੀ ਤੇ ਮਿਸਟਰ ਸਿੰਗਲਾ ਜੀ ਹੈ ਜਿਹੜੇ ਆਸਟ੍ਰੇਲੀਆ ਦੇ ਵਿੱਚ ਐਡੀਲੇਡ ਦੇ ਵਿੱਚ CA ਹੈ, ਤੇ ਅੱਜ ਆਪਾਂ ਉਹਨਾਂ ਤੋਂ ਸਾਰੇ ਤੁਹਾਡੇ ਸਵਾਲਾਂ ਦੇ ਜਵਾਬ ਲਵਾਂਗੇ। ਸੋ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਾਂ ਐਪੀਸੋਡ ਦੇ ਵਿੱਚ ਸ਼ਾਮਿਲ ਕਰਦੇ ਹਾਂ ਜੀ। ਹਾਂਜੀ ਸਿੰਗਲਾ ਸਾਹਿਬ ਆ ਜੀ, ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਜੀ? ठीक ठाक। ਸਭ ਤੋਂ ਪਹਿਲਾਂ ਵਿਊਵਰਸ ਨੂੰ ਸਤਿ ਸ਼੍ਰੀ ਅਕਾਲ ਜੀ। सत श्री अकाल जी। ਸਿੰਗਲਾ ਸਾਹਿਬ ਇਹ ਦੱਸੋ ਕਿ ਤੁਹਾਡੀ ਕਿੰਨੀ ਉਮਰ ਹੈ ਤੇ ਤੁਹਾਨੂੰ ਇਸ ਪ੍ਰੋਫੈਸ਼ਨ 'ਚ ਕਿੰਨੇ ਸਾਲ ਦਾ ਐਕਸਪੀਰੀਅੰਸ ਹੈ? ਮੰਗਾ ਸਾਹਿਬ ਮੇਰੀ ਉਮਰ ਇਸ ਟਾਈਮ ਕੋਈ 51 ਸਾਲ ਦੇ ਕਰੀਬ ਹੈ। ਹਾਂਜੀ। ਤੇ ਮੈਨੂੰ 33 ਸਾਲ ਹੋ ਗਏ ਇਸੇ ਪ੍ਰੋਫੈਸ਼ਨ ਦੇ ਵਿੱਚ ਜੁੜਿਆ ਹੋਇਆ। 1988 ਦੇ ਵਿੱਚ ਮੈਂ ਆਪਣੀ ਟ੍ਰੇਨਿੰਗ ਸਟਾਰਟ ਕੀਤੀ ਸੀਗੀ ਲੁਧਿਆਣੇ ਤੋਂ, ਤੇ ਅੱਜ ਇਸ ਆਸਟ੍ਰੇਲੀਆ ਦੀ ਇਸ ਧਰਤੀ ਤੇ ਐਡਲੇਡ ਦੇ ਵਿੱਚ ਬੜਾ ਵਧੀਆ ਤਰੀਕੇ ਨਾਲ ਆਪਣਾ ਪ੍ਰੋਫੈਸ਼ਨ ਐਜ਼ ਏ ਚਾਰਟਰਡ ਅਕਾਊਂਟੈਂਟ CPA ਕਰ ਰਹੇ ਹਾਂ। ਠੀਕ ਹੈ। ਐਕਸਪੀਰੀਅੰਸ ਦੀ ਤੁਸੀਂ ਗੱਲ ਦੱਸਦੇ ਹੈ ਨਾ, ਹੁਣ ਗੱਲ ਆਉਂਦੀ ਕਿ ਆਸਟ੍ਰੇਲੀਆ ਦੇ ਵਿੱਚ ਕਾਫੀ ਇੰਟਰਨੈਸ਼ਨਲ ਸਟੂਡੈਂਟਸ ਇੰਡੀਆ ਤੋਂ ਆਪਣੇ ਆਉਂਦੇ ਆ। ਆਇਆਂ ਨੂੰ ਜਿੱਦਾਂ ਮੈਂ ਵੀ ਇੰਡੀਆ ਤੋਂ ਆਇਆ ਹੈ ਨਾ, ਮੈਨੂੰ 2 ਸਾਲ ਹੀ ਹੋਏ ਇੱਥੇ ਮੂਵ ਹੋਏ ਨੂੰ। ਮੈਨੂੰ ਵੀ ਆ ਕੇ ਕੁਝ ਨਹੀਂ ਪਤਾ ਸੀ ਕਿ ਮੈਂ ਕੰਮ ਕਿਸ ਚੀਜ਼ ਤੇ ਕਰਨਾ, TFN ਤੇ ਕਰਨਾ ਕਿ ABN ਤੇ ਕਰਨਾ। ਸਭ ਤੋਂ ਪਹਿਲਾਂ ਵਿਊਵਰਸ ਨੇ ਦੱਸੋ ਕਿ TFN ਤੇ ABN ਹੈ ਕੀ ਹੈ ਤੇ ਇਹਨਾਂ 'ਚ ਅੰਤਰ ਕੀ ਹੈ? ਹਾਂਜੀ, TFN ਐਕਚੁਅਲੀ ਇਹਦੀ ਫੁੱਲ ਫਾਰਮ ਹੈਗੀ ਹੈ ਟੈਕਸ ਫਾਈਲ ਨੰਬਰ। ਇਹ ਜਿਹੜਾ ਵੀ ਕੋਈ ਇੱਥੇ ਨਾਗਰਿਕ ਐਜ਼ ਏ ਰੈਜ਼ੀਡੈਂਟ ਆਸਟ੍ਰੇਲੀਆ ਦੀ ਧਰਤੀ ਤੇ ਆਉਂਦਾ ਵਾ ਤਾਂ ਉਹਨੂੰ ਸਭ ਤੋਂ ਪਹਿਲਾਂ ਆ ਕੇ TFN ਲੈਣਾ ਪੈਂਦਾ ਵਾ। ਹਾਂਜੀ। TFN ਤੋਂ ਬਾਅਦ ਅਗਲਾ ਸਟੈਪ ਹੈ ABN ਦਾ। ABN ਜਿਹੜਾ ਵਾ ਉਹ ਹੈਗਾ ਆਸਟ੍ਰੇਲੀਅਨ ਬਿਜ਼ਨਸ ਨੰਬਰ। ਜੇ ਤੁਸੀਂ ਕਿਤੇ ਜੌਬ ਕਰਨੀ ਹੈ, ਕਿਤੇ ਐਜ਼ ਐਨ EMPLOYE ਕੰਮ ਕਰਨਾ ਹੈ ਤਾਂ ਤੁਹਾਨੂੰ TFN NF ਹੈ, ਕੋਈ ABN ਲੈਣ ਦੀ ਜ਼ਰੂਰਤ ਨਹੀਂ। ਪਰ ਜੇਕਰ ਤੁਸੀਂ ਕੋਈ ਆਪਣਾ ਕਾਰੋਬਾਰ ਕਰਨਾ ਚਾਹੁੰਦੇ ਹੋ, ਜਿਸ ਤਰ੍ਹਾਂ ਕਿ ਟੈਕਸੀ ਦਾ ਬਿਜ਼ਨਸ ਕਰਨਾ ਚਾਹੁੰਦੇ ਹੋ, ਟੈਕਸੀ ਡਰਾਈਵਰ ਐਜ਼ ਏ ਕਰਨਾ ਚਾਹੁੰਦੇ ਹੋ, ਜਾਂ ਕੋਈ ਸਿਕਿਉਰਿਟੀ ਦਾ ਕੰਮ ਜਾਂ ਕੋਈ ਟਰਾਂਸਪੋਰਟ ਦਾ ਕੰਮ, ਤਾਂ ਤੁਹਾਨੂੰ ABN ਨੰਬਰ ਲੈਣਾ ਪਏਗਾ। ਠੀਕ ਹੈ ਜੀ। ਹੁਣ ਗੱਲ ਆਉਂਦੀ ਹੈ GST ਦੀ। ਠੀਕ ਹੈ, GST ਇੱਕ ਬਹੁਤ ਵੱਡਾ ਹਊਆ ਹੈ। GST ਬਾਰੇ ਦੱਸੋ ਕਿ ਜੇ ਕੋਈ ਬੰਦਾ ABN ਤੇ ਕੰਮ ਕਰ ਰਿਹਾ, ਕਿਹੜੇ ਕੰਮ ਤੇ GST ਨਹੀਂ ਲਾਗੂ ਹੁੰਦੀ, ਜੇ ਲਾਗੂ ਹੁੰਦੀ ਹੈ ਤੇ ਕਿੰਨੀ ਰਕਮ ਤੋਂ ਮਗਰੋਂ ਲਾਗੂ ਹੁੰਦੀ ਹੈ, ਉਹਦੇ ਬਾਰੇ ਕੁਝ ਮਾੜਾ ਜਿਹਾ ਵਿਊਅਰਸ ਨੂੰ ਦੱਸੋ। GST ਦਾ ਕ੍ਰਾਈਟੇਰੀਆ ਇਹ ਹੈ ਕਿ ਜੀ ਜਿਹੜੀ 75,000 ਜ਼ੀਰੋ ਤੋਂ ਲੈ ਕੇ 75,000 ਤੱਕ ਤੁਹਾਨੂੰ GST ਲਈ ਰਜਿਸਟਰ ਹੋਣ ਦੀ ਲੋੜ ਨਹੀਂ ਹੈ। ਤੁਸੀਂ ਮੰਨ ਲਓ ਕਿਸੇ ਨੇ ਆਪਣੇ ਭੈਣ ਭਾਈ ਨੇ ਕਲੀਨਿੰਗ ਦਾ ਬਿਜ਼ਨਸ ਕਰਨਾ ਹੈ, ਸਿਕਿਉਰਿਟੀ ਦਾ ਕਰਨਾ ਹੈ, ਤੇ ਅਗਰ ਕਰ ਉਹਦੀ ਸਾਲਾਨਾ ਟਰਨਓਵਰ 75,000 ਤੋਂ ਘੱਟ ਹੈ ਤਾਂ ਉਹਨੂੰ GST ਲਈ ਰਜਿਸਟਰ ਹੋਣ ਦੀ ਲੋੜ ਨਹੀਂ ਹੈ। ਪਰ ਜਿੱਦਾਂ ਕਿ ਕੁਝ ਕੰਮ ਐਸੇ ਵੀ ਨੇ ਜਿਨ੍ਹਾਂ 'ਚ GST ਪਹਿਲੇ ਡਾਲਰ ਤੋਂ ਲਾਗੂ ਹੁੰਦੀ ਹੈ, ਜਿਵੇਂ ਕਿ ਟੈਕਸੀ ਦਾ ਬਿਜ਼ਨਸ ਹੈ, ਸ਼ੇਅਰ ਰਾਈਡ ਉਬਰ ਹੋ ਗਈ। ਇਹਦੇ ਵਿੱਚ ਤੁਹਾਨੂੰ ਜਦੋਂ ਵੀ ਤੁਸੀਂ ਇਹ ਕੰਮ ਕਰਨਾ ਤਾਂ ਪਹਿਲਾਂ GST ਲਈ ਰਜਿਸਟਰ ਹੋਣਾ ਤੇ ਤਾਂ ਤੁਸੀਂ ਇਹ ਕੰਮ ਨੂੰ ਕਰ ਸਕਦੇ ਹੋ। ਠੀਕ ਹੈ। ਹੁਣ ਮੇਰੇ ਦੇਖਣ 'ਚ ਜੋ ਚੀਜ਼ ਆ ਰਹੀ ਹੈ ਕਿ ਕਾਫੀ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਉਬਰ ਈਟ ਕਰ ਰਹੇ ਹੈ, ਨਾਲ ਦੀ ਨਾਲ ਰਾਈਡ ਸ਼ੇਅਰ ਕਰ ਰਹੇ, ਮੀਨਸ ਉਹ ਟੈਕਸੀ ਚਲਾ ਰਹੇ ਹੈ, ਕਿ ਉਹਨਾਂ ਤੇ GST ਉਬਰ ਈਟ ਵਾਲੀ ਅਮਾਊਂਟ ਤੇ ਵੀ ਦੇਣਾ ਪਏਗਾ ਉਹਨਾਂ ਨੂੰ? ਕੀ ਸਿਸਟਮ ਹੈ? ਮੈਂ ਤੁਹਾਨੂੰ ਇਹਦੇ ਬਾਰੇ ਵੀ ਦੱਸ ਦਿੰਦਾ। ਮੈਂ ਜਿੰਨੀ ਦੇਰ ਤੱਕ ਤੁਸੀਂ GST ਲਈ ਰਜਿਸਟਰ ਨਹੀਂ ਹੋ
ਤਾਂ ਤੁਹਾਨੂੰ GST ਪੇ ਕਰਨ ਦੀ ਲੋੜ ਨਹੀਂ ਹੈ ਅਨਟਿਲ ਕਿ ਤੁਸੀਂ ਉਬਰ ਚਲਾਉਂਦੇ ਹੋ ਜਾਂ ਟੈਕਸੀ ਚਲਾਉਂਦੇ ਹੋ ਤਾਂ ਤੁਹਾਨੂੰ ਪਹਿਲੇ ਡਾਲਰ ਤੋਂ ਹੀ GST ਦੇਣੀ ਪੈਣੀ। ਪਰ ਜੇਕਰ ਮੰਨ ਲਓ ਤੁਸੀਂ ਉਬਰ ਚਲਾਉਂਦੇ ਹੋ ਜਾਂ ਟੈਕਸੀ ਚਲਾਉਂਦੇ ਹੋ ਤੇ ਤੁਸੀਂ GST ਲਈ ਰਜਿਸਟਰ ਹੋ ਗਏ, ਉਦੋਂ ਬਾਅਦ ਤੁਸੀਂ ਅਗਰ ਕਿਸੇ ਵੀ ਤਰ੍ਹਾਂ ਦਾ ABN ਤੇ ਕੋਈ ਵੀ ਕੰਮ ਕਰਦੇ ਹੋ, ਚਾਹੇ ਤੁਸੀਂ ਉਬਰ ਈਟਸ ਦਾ ਕਰਦੇ ਹੋ, ਚਾਹੇ ਕਲੀਨਿੰਗ ਦਾ ਕਰਦੇ ਹੋ, ਚਾਹੇ ਟਰਾਂਸਪੋਰਟ ਦਾ ਬਿਜ਼ਨਸ ਕਰਦੇ ਹੋ, ਤੁਹਾਨੂੰ GST ਉਹ ਸਾਰੇ ਬਿਜ਼ਨਸ ਤੇ ਦੇਣੀ ਪਏਗੀ। ਕਾਨੂੰਨ ਇਹ ਕਹਿੰਦਾ। ਠੀਕ ਹੈ। ਮੰਨ ਲਓ ਕਿ ਕਿਸੇ ਬੰਦੇ ਨੇ GST ਆਪਣੀ ਰਜਿਸਟਰਡ ਕਰਵਾ ਲਈ, ਉਹ ਟੈਕਸੀ ਚਲਾਉਂਦਾ ਸੀ, ਬਾਅਦ 'ਚ ਉਹ ਟੈਕਸੀ ਛੱਡ ਦਿੰਦਾ, ਉਹ ਕਿਸੇ ਹੋਰ ਪ੍ਰੋਫੈਸ਼ਨ 'ਚ ਐਂਟਰ ਹੋ ਜਾਂਦਾ ਹੈ, ਕੀ ਉਹਨੂੰ GST ਬੰਦ ਕਰਵਾਉਣੀ ਚਾਹੀਦੀ? ਕੀ ਸਿਸਟਮ ਸਰਕਾਰ ਦਾ ਕਹਿੰਦਾ? ਬਿਲਕੁਲ। ਜੇਕਰ ਤੁਸੀਂ GST ਲਈ ਰਜਿਸਟਰ ਸੀ ਤੇ ਹੁਣ ਅੱਜ ਦੀ ਡੇਟ ਦੇ ਵਿੱਚ ਕੋਈ ਬਿਜ਼ਨਸ ਨਹੀਂ ਕਰ ਰਹੇ ਜਾਂ ਟੈਕਸੀ ਨਹੀਂ ਚਲਾ ਰਹੇ ਤਾਂ ਤੁਹਾਨੂੰ ਇਮੀਡੀਏਟਲੀ GST ਨੂੰ ਕੈਂਸਲ ਕਰਵਾਉਣਾ ਚਾਹੀਦਾ। ਨਹੀਂ ਤਾਂ ਤੁਸੀਂ ਕੋਈ ਵੀ ਅਗਰ ਘਰ ABN ਤੇ ਕੰਮ ਕਰ ਰਹੇ ਹੋ ਤੇ ਉਹਦੇ ਤੇ ਤੁਹਾਨੂੰ GST ਪੇ ਕਰਨੀ ਪਏਗੀ। ਠੀਕ ਹੈ। ਸਿੰਗਲਾ ਸਾਹਿਬ, ਤੁਹਾਡਾ ਇੰਨੇ ਸਾਲਾਂ ਦਾ ਆਸਟ੍ਰੇਲੀਆ ਦਾ ਐਕਸਪੀਰੀਅੰਸ ਹੈ, ਕਾਫੀ ਇੰਟਰਨੈਸ਼ਨਲ ਸਟੂਡੈਂਟਸ ਜਾਂ ਕਾਫੀ ਜਿਹੜੇ ਆਪਣੇ ਕਮਿਊਨਿਟੀ ਦੇ ਲੋਕ ਹੈ ਉਹ ਤੁਹਾਡੇ ਕਲਾਇੰਟਸ ਹੈ, ਕੁਝ ਇਦਾਂ ਦੀ ਗੱਲ ਦੱਸੋ ਜਿਹੜੇ ਕਾਮਨ ਕੇਸਿਸ ਤੁਹਾਡੇ ਕੋਲ ਆਉਂਦੇ ਆ ਤੇ ਕਿਹੜੀਆਂ ਗਲਤੀਆਂ ਆਪਣੇ ਲੋਕ ਕਰਦੇ ਇੱਥੇ ਟੈਕਸ ਦੇ ਮਾਮਲੇ 'ਚ? ਤੁਹਾਡਾ ਸਵਾਲ ਬੜਾ ਵਧੀਆ ਵਾ ਹੈ। ਗਲਤੀਆਂ ਤਾਂ ਨਹੀਂ ਮੈਂ ਕਹਾਂਗਾ ਕਿ ਉਹ ਗਲਤੀਆਂ ਕਰਦੇ ਆ, ਸਾਰੇ ਬੰਦੇ ਬਹੁਤ ਸਿਆਣੇ ਆ। ਔਰ ਕੀ ਹੁੰਦਾ ਕਿ ਜਦੋਂ ਅਸੀਂ ਇੱਕ ਨਵੀਂ ਜਗ੍ਹਾ ਤੇ ਜਾਂਦੇ ਹਾਂ ਤੇ ਸਾਡੇ ਮਨ ਦੇ ਵਿੱਚ, ਜਦੋਂ ਅਸੀਂ ਹਿੰਦੁਸਤਾਨ ਤੋਂ ਚੱਲਦੇ ਹਾਂ ਤੇ ਸਾਡੇ ਮਨ ਦੇ ਵਿੱਚ ਇਹ ਹੁੰਦਾ ਕਿ ਯਾਰ ਆਸਟ੍ਰੇਲੀਆ ਜਾਣਾ ਹੈ, ਅਮਰੀਕਾ ਜਾਣਾ ਹੈ ਜਾਂ ਕੈਨੇਡਾ ਜਾਣਾ ਹੈ ਤੇ ਉੱਥੇ ਜਾ ਕੇ ਬਸ ਕੰਮ ਕਰਨਾ, ਪੈਸੇ ਆ ਜਾਣੇ ਆ ਤੇ ਸਾਨੂੰ ਕੋਈ ਟੈਕਸ ਨਹੀਂ ਦੇਣ ਦੀ ਲੋੜ ਜਾਂ ਕੁਝ ਐਦਾਂ ਨਹੀਂ ਆ, ਜਾਂ ਪਰ ਐਦਾਂ ਦਾ ਨਹੀਂ ਹੈ। ਇਹ ਕੰਟਰੀਆਂ ਦੇ ਵਿੱਚ ਟੈਕਸ ਬਹੁਤ ਜ਼ਿਆਦਾ ਨੇ ਔਰ ਟੈਕਸ ਹੈ ਤਾਂ ਹੀ ਇਹ ਕੰਟਰੀ ਡਿਵੈਲਪ ਨੇ, ਨਹੀਂ ਤਾਂ ਡਿਵੈਲਪ ਨਹੀਂ ਹੈ। ਇਹਨਾਂ ਦੇ ਵਿੱਚ ਇੱਕ ਮੈਂ ਜਿਹੜਾ ਮੇਜਰ ਮਿਸਕਨਸੈਪਸ਼ਨ ਦੇਖੀ ਹੈ ਨਿਊ ਕਮਰਸ ਦੇ ਵਿੱਚ, ਜਿਹੜੇ ਨਵੇਂ ਸਾਡੇ ਪ੍ਰਵਾਸੀ ਭਾਰਤੀ ਇੱਥੇ ਆਉਂਦੇ ਨੇ, ਉਹ ਜਦੋਂ ਪਹਿਲੀ ਵਾਰੀ ਟੈਕਸ ਰਿਟਰਨ ਦਾਖਲ ਕਰਨ ਦਾ ਮੌਕਾ ਆਉਂਦਾ ਹੈ ਤੇ ਉਹ ਜਦੋਂ ਸਾਡੇ ਕੋਲ ਆਉਂਦੇ ਆ ਤੇ ਉਹਨਾਂ ਦੀ ਇੱਕੋ ਹੀ ਗੱਲ ਹੁੰਦੀ ਹੈ ਕਿ ਸਿੰਗਲਾ ਸਾਹਿਬ, ਇਹ ਸੁਣਿਆ ਕਿ ਪਹਿਲੇ ਸਾਲ ਤਾਂ ਸਾਰਾ ਟੈਕਸ ਮੁੜਿਆ ਆਉਂਦਾ ਜਿਹੜਾ ਟੈਕਸ ਕੱਟਿਆ ਹੁੰਦਾ, ਵੀ ਇਹਦੇ ਤੇ ਕੋਈ ਟੈਕਸ ਦੇਣ ਦੀ ਲੋੜ ਨਹੀਂ ਹੁੰਦੀ। ਇੱਦਾਂ ਦਾ ਕੁਝ ਨਹੀਂ ਹੈ। ਟੈਕਸ ਦੀਆਂ ਸਲੈਬਸ ਨੇ, ਉਹਨਾਂ ਦੇ ਮੁਤਾਬਕ ਸਾਰਿਆਂ ਨੂੰ ਟੈਕਸ ਬਰਾਬਰ ਲੱਗਣਾ, ਚਾਹੇ ਉਹ ਸਿਟੀਜ਼ਨ ਹੈ, ਚਾਹੇ PR ਹੈ, ਚਾਹੇ ਸਟੂਡੈਂਟ ਵੀਜ਼ੇ ਤੇ ਹੈ, ਉਹਦੇ ਵਿੱਚ ਕੋਈ ਫਰਕ ਨਹੀਂ ਹੈ। ਤੇ ਹੁੰਦਾ ਇਸ ਕਰਕੇ ਹੈ ਕਿ ਵੀ ਉਹ ਪਹਿਲੀ ਵਾਰੀ ਕਿਉਂ ਮੁੜਿਆ ਆਉਂਦਾ ਜ਼ਿਆਦਾ, ਮੈਂ ਇਹ ਵੀ ਤੁਹਾਨੂੰ ਕਲੀਅਰ ਕਰ ਦਿੰਦਾ। ਮੈਂ ਉਹ ਕੀ ਹੁੰਦਾ ਕਿ ਜਦੋਂ ਅਸੀਂ ਪਹਿਲੇ ਸਾਲ ਆਉਂਦੇ ਹਾਂ ਤਾਂ ਅਸੀਂ ਫਾਈਨੈਂਸ਼ੀਅਲ ਈਅਰ ਦੇ ਕਈ ਵਾਰੀ ਅੱਧ 'ਚ ਆਉਂਦੇ ਹਾਂ ਜਾਂ 3-4 ਮਹੀਨੇ 5 ਮਹੀਨੇ ਲੰਘ ਚੁੱਕੇ ਹੁੰਦੇ ਆ ਤੇ ਜਦੋਂ ਅਸੀਂ ਆ ਕੇ ਕੰਮ ਸਟਾਰਟ ਕਰਦੇ ਹਾਂ ਤਾਂ ਪੂਰੇ ਸਾਲ ਦੇ ਵਿੱਚ ਅਗਰ ਉਸ ਫਾਈਨੈਂਸ਼ੀਅਲ ਈਅਰ ਨੂੰ ਦੇਖੀਏ 30 ਜੂਨ ਤੱਕ, ਤਾਂ ਉਹਦੇ ਵਿੱਚ ਅਸੀਂ ਘੱਟ ਕੰਮ ਕੀਤਾ ਹੁੰਦਾ। ਕਿਸੇ ਨੇ $15,000 ਦਾ, ਕਿਸੇ ਨੇ 16 ਦਾ, ਕਿਸੇ ਨੇ 18 ਦਾ। ਤੇ ਉਹ ਜਿਹੜੀ ਮਿਨੀਮਮ ਲਿਮਿਟ ਹੈਗੀ ਹੈ, ਸਲੈਬ ਹੈਗੀ ਹੈ, ਉਹ 18,200 ਤੱਕ ਟੈਕਸ ਨਹੀਂ ਹੈ। ਤੇ ਜੇ ਉਸ ਬੰਦੇ ਨੇ ਮੰਨ ਲਓ 16,000 ਦਾ ਕੰਮ ਕੀਤਾ ਤੇ ਉਹਦਾ $3,000 ਜਾਂ $2,000 ਟੈਕਸ ਕੱਟਿਆ ਹੋਇਆ ਤਾਂ ਉਹਨੂੰ ਸਾਰਾ ਹੀ ਵਾਪਸ ਮੁੜਿਆ ਆਉਣਾ। ਪਰ ਜੇ ਮੰਨ ਲਓ ਕਿਸੇ ਦੀ ਕੋਈ ਐਦਾਂ ਦਾ ਕੰਮ ਕੀਤਾ ਕਿ ਮੰਨ ਲਓ ਪੂਰਾ ਸਾਲ ਹੀ ਕੰਮ ਕੀਤਾ, ਜੁਲਾਈ 'ਚ ਆਇਆ ਸੀ ਤੇ ਜੂਨ ਤੱਕ ਪੂਰਾ ਫਾਈਨੈਂਸ਼ੀਅਲ ਈਅਰ ਹੋ ਗਿਆ, ਉਹਦੀ ਇਨਕਮ $50,000 ਜਾਂ $60,000 ਹੋ ਗਈ, ਤਾਂ ਉਹਨੂੰ ਪ੍ਰੋਪਰ ਟੈਕਸ ਪੂਰਾ ਹੀ ਦੇਣਾ ਪਏਗਾ। ਐਦਾਂ ਦਾ ਕੁਝ ਨਹੀਂ ਹੈ ਕਿ ਵੀ ਕੋਈ ਪਹਿਲਾ ਸਾਲ ਮਾਫ ਹੈ। ਇੱਕ ਗੱਲ ਹੋਰ, ਆਪਣੇ ਲੋਕਾਂ ਦੀ ਸੋਚ ਇਹ ਹੁੰਦੀ ਕਿ ਜੇ ਤੁਹਾਡੀ ਇਨਕਮ 50,000 ਜਾਂ 60,000 ਤੱਕ ਪਹੁੰਚ ਗਈ, ਵੱਧ ਤੋਂ ਵੱਧ ਖਰਚੇ ਪਾ ਕੇ ਇਹਨੂੰ ਅਸੀਂ ਟੈਕਸ ਘਟਾ ਲਈਏ ਆਪਣਾ। ਇਹਦੇ ਬਾਰੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਹਾਂ, ਮੈਂ ਇਹੀ ਜੈਨੂਇਨ ਐਡਵਾਈਸ ਤੁਸੀਂ ਦਿਓਗੇ। ਮੋਂਗਾ ਸਾਹਿਬ, ਮੈਂ ਇਹੀ ਗੱਲ ਕਹਿਣਾ ਚਾਹਾਂਗਾ ਕਿ ਇੱਦਾਂ ਦਾ ਕੁਝ ਨਹੀਂ। ਜਦੋਂ ਤੁਸੀਂ TFN ਤੇ ਕੰਮ ਕਰਦੇ ਹੋ, ਐਜ਼ ਐਨ EMPLOYE ਕੰਮ ਕਰਦੇ ਹੋ, ਤੇ ਜਿਹੜੇ ਤੁਹਾਡੇ ਖਰਚੇ ਹੁੰਦੇ ਆ ਬਹੁਤ ਮਾਮੂਲੀ ਹੁੰਦੇ ਆ ਤੇ ਕੋਈ ਜ਼ਿਆਦਾ ਖਰਚੇ ਨਹੀਂ ਹੁੰਦੇਗੇ। ਤੇ ਅਗਰ ਅਸੀਂ ਉਹਨਾਂ ਨੂੰ ਗਲਤ ਤਰੀਕੇ ਨਾਲ ਖਰਚਿਆਂ ਨੂੰ ਪਾਵਾਂਗੇ ਜਾਂ ਜ਼ਿਆਦਾ ਪਾਵਾਂਗੇ ਤਾਂ ਉਹਨਾਂ ਕੋਲੇ ਟੈਕਸ ਆਫਿਸ ਕੋਲੇ ਬਕਾਇਦਾ ਚੈੱਕ ਲੱਗੇ ਹੋਏ ਆ, ਉਹ ਰਿਟਰਨਾਂ ਨੂੰ ਚੈੱਕ ਕਰਦੇ ਆ, ਅਗਲੇ 2 ਸਾਲਾਂ ਤੱਕ ਉਹਨੂੰ ਪ੍ਰੋਪਰ ਪ੍ਰੋਸੈਸ ਕਰਦੇ ਆ। ਤੇ ਅਗਰ ਉਹਦੇ ਵਿੱਚ ਕੋਈ ਫੜਿਆ ਜਾਵੇ ਤਾਂ ਫਿਰ ਪੈਨਲਟੀ ਵੀ ਹੈ ਤੇ ਟੈਕਸ ਤਾਂ ਵਾਪਸ ਦੇਣਾ ਹੀ ਪਏਗਾ। ਠੀਕ ਹੈ। ਤੇ ਇਸ ਕਰਕੇ ਮੈਂ ਇਹ ਸੁਝਾਅ ਨਹੀਂ ਦਿੰਦਾ ਕਿ ਕਿਸੇ ਵੀ ਤਰ੍ਹਾਂ ਦਾ ਗਲਤ ਖਰਚਾ ਪਾ ਕੇ ਟੈਕਸ ਨੂੰ ਵਾਪਸ ਮੁੜਾਇਆ ਜਾਵੇ। ਠੀਕ ਹੈ। ਤੇ ABN ਤੇ ਕੀ ਹੁੰਦਾ ਕਿ ABN ਇੱਕ ਤੁਹਾਡਾ ਆਪਦਾ ਕੰਟਰੈਕਟ ਬਿਜ਼ਨਸ ਹੈ, ਉਹਦੇ 'ਚ ਤੁਹਾਡੇ ਖਰਚੇ ਪੈ ਜਾਂਦੇ ਆ? ਨਹੀਂ, ਪੈ ਨਹੀਂ ਜਾਂਦੇ। ਉਹਦੇ 'ਚ ਵੀ ਦੇਖੋ ਬੜੀ ਤੁਹਾਡੇ ਖਰਚੇ ਹੋਏ ਹੁੰਦੇ ਆ। ਨਹੀਂ, ਖਰਚੇ ਬਿਜ਼ਨਸ ਦੇ ਵਿੱਚ ਕੀ ਹੈ ਕਿ ਜਦੋਂ ਅਸੀਂ ਚਾਹੇ ਹਿੰਦੁਸਤਾਨ 'ਚ ਵੀ ਕੰਮ ਕਰਦੇ ਹਾਂ ਤੇ ਚਾਹੇ ਇੱਥੇ ਵੀ ਕਰਦੇ ਹਾਂ, ਤਕਰੀਬਨ ਰਲਦਾ ਮਿਲਦਾ ਹੀ ਟੈਕਸ ਦਾ ਸਿਸਟਮ ਹੈ, ਕੋਈ ਇੱਦਾਂ ਦੀ ਗੱਲ ਨਹੀਂ ਹੈ। ਜੇ ਤੁਸੀਂ ਵਪਾਰ ਕਰਦੇ ਹੋ, ਵਪਾਰ ਦੇ ਵਿੱਚ ਮੰਨ ਲਓ ਤੁਹਾਡੀ ਗ੍ਰੋਸ ਇਨਕਮ $100 ਦੀ ਹੈ, $100 ਦੀ ਹੈ, ਜਾਂ ਕਹਿ ਲਓ $100 ਦੀ ਅਗਰ ਗ੍ਰੋਸ ਹੈ, ਉਹਨੂੰ ਚਲਾਉਣ ਲਈ ਤੁਸੀਂ ਕੁਝ ਵੀ ਕੰਮ ਕਰਦੇ ਹੋ, ਕੋਈ ਕਾਰ ਆਪਣੀ ਲੈ ਕੇ ਕਿਸੇ ਕਲਾਇੰਟ ਕੋਲੇ ਜਾਂਦੇ ਹੋ, ਜਾਂ ਕੋਈ ਮੇਜ਼ ਕੁਰਸੀਆਂ ਲਿਆਉਂਦੀਆਂ ਨੇ,
ਜਾਂ ਕੋਈ ਤੁਸੀਂ ਹੋਰ ਸਟੇਸ਼ਨਰੀ ਲੱਗਦੀ ਹੈ ਤੁਹਾਡੀ, ਪੈਟਰੋਲ ਲੱਗਦਾ ਵਾ, ਉਹ ਸਾਰੇ ਖਰਚੇ ਅਸੀਂ ਕਲੇਮ ਕਰ ਸਕਦੇ ਹਾਂ ਉਹਦੇ ਵਿੱਚੋਂ। ਤੇ ਜੇ ਮੰਨ ਲਓ 100 ਦੀ ਸਾਡੀ ਗ੍ਰੋਸ ਸੇਲ ਹੈ ਤੇ ਅਗਰ ਅਸੀਂ 60 ਦੇ ਜਾਂ 70 ਦੇ ਖਰਚੇ ਕਰ ਦਿੱਤੇ ਆ ਤੇ ਉਹ ਘਟਾ ਕੇ ਬਾਕੀ ਤੇ ਟੈਕਸ ਦੇਣਾ ਵਾ। ਠੀਕ ਹੈ। ਤੇ ਇਸ ਕਰਕੇ ਇਹ ਨਹੀਂ ਕਿ ਵੀ ਕੋਈ ਖਰਚੇ ਜ਼ਿਆਦਾ ਪੈ ਜਾਂਦੇ ਆ, ਖਰਚੇ ਉਹੀ ਕਲੇਮ ਕਰ ਸਕਦੇ ਆ ਜਿਹੜੇ ਉਸ ਕੰਮ ਦੇ, ਉਸ ਕਾਰੋਬਾਰ ਦੇ ਰਿਲੇਟਡ ਨੇ। ਠੀਕ ਹੈ। ਇਹ ਨਹੀਂ ਕਿ ਤੁਸੀਂ ਆਪਣੇ ਘਰ ਦੇ ਖਰਚੇ ਨਹੀਂ ਉਹਦੇ 'ਚ ਕਲੇਮ ਕਰ ਸਕਦੇ, ਜਾਂ ਕੋਈ ਵੀਜ਼ਾ ਫੀਸਾਂ ਨਹੀਂ ਕਲੇਮ ਕਰ ਸਕਦੇ, ਐਦਾਂ ਦਾ ਕੁਝ ਨਹੀਂ ਹੈ। ਕੀ ਜਿਹੜਾ ਟੈਕਸ ਆਪਣਾ ਬਣਦਾ ਹੈ ਸਾਲ ਦੇ ਐਂਡ 'ਚ, ਕੀ ਅਸੀਂ ਉਹਦੀਆਂ ਇੰਸਟਾਲਮੈਂਟਸ ਕਰ ਸਕਦੇ ਹਾਂ? ਜੀ ਬਿਲਕੁਲ, ਸਰਕਾਰ ਸਾਨੂੰ ਪੂਰਾ ਮੌਕਾ ਦਿੰਦੀ ਹੈ। ਪਹਿਲਾਂ ਤਾਂ ਜਦੋਂ ਅਸੀਂ ਟੈਕਸ ਰਿਟਰਨ ਨੂੰ ਲੌਂਚ ਕਰਦੇ ਹਾਂ, ਟੈਕਸ ਰਿਟਰਨ ਨੂੰ ਲੌਂਚ ਕਰਨ ਤੋਂ ਬਾਅਦ ਵੀ ਅਗਰ ਤੁਸੀਂ ਉਹ ਟੈਕਸ ਰਿਟਰਨ ਕਿਸੇ ਰਜਿਸਟਰਡ ਟੈਕਸ ਏਜੰਟ ਦੇ ਰਾਹੀਂ ਲੌਂਚ ਕਰਦੇ ਹੋ ਤਾਂ ਗਵਰਨਮੈਂਟ ਤੁਹਾਨੂੰ ਤਕਰੀਬਨ 9 ਮਹੀਨੇ ਦਾ ਟਾਈਮ ਦਿੰਦੀ ਹੈ ਉਹ ਟੈਕਸ ਨੂੰ ਪੇ ਕਰਨ ਦਾ। ਅਗਰ ਕਿਸੇ ਕੋਲੇ ਭੈਣ ਭਾਈ ਕੋਲੇ ਉਦੋਂ ਵੀ ਪੈਸੇ ਨਹੀਂ ਆ ਟੈਕਸ ਨੂੰ ਦੇਣ ਲਈ, ਤਾਂ ਉਹਦੀਆਂ ਟੈਕਸ ਆਫਿਸ ਨੂੰ ਕਾਲ ਕਰਕੇ ਜਾਂ ਆਪਣੇ ਰਜਿਸਟਰਡ ਟੈਕਸ ਏਜੰਟ ਕੋਲੇ ਜਾ ਕੇ ਉਹਦੀਆਂ ਇੰਸਟਾਲਮੈਂਟਸ ਕਰਵਾ ਸਕਦੇ ਆ ਤੇ ਈਜ਼ੀ ਇੰਸਟਾਲਮੈਂਟਸ ਤੁਸੀਂ ਅੱਗੇ ਉਹਨਾਂ ਨੂੰ ਪੇ ਕਰ ਸਕਦੇ ਹੋ। ਅੱਛਾ, ਮੇਨ ਗੱਲ ਇਹ ਆਂਦੀ, ਕੋਈ ਵੀ ਨਵਾਂ ਬੰਦਾ ਆਂਦਾ ਹੈ, ਸਭ ਤੋਂ ਵੱਡੀ ਦਿੱਕਤ ਉਹਦੇ ਲਈ ਇਹ ਹੁੰਦੀ ਹੈ ਕਿ ਉਹ ਅਲੱਗ-ਅਲੱਗ ਸੋਸ਼ਲ ਸਾਈਟਸ ਤੇ ਪੁੱਛਦਾ ਕਿ ਮੈਂ ਕਿਹੜੇ ਸੀਏ ਕੋਲ ਜਾਵਾਂ। ਇਹਦੇ ਬਾਰੇ ਹੁਣ ਇੰਡੀਅਨ ਸੀਏ ਕਾਫੀ ਹੋਣਗੇ ਇੱਥੇ, ਇਹਦੇ ਬਾਰੇ ਤੁਸੀਂ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਕਿੱਦਾਂ ਉਹ ਸਹੀ ਸੀਏ ਦੀ ਪਰਖ ਕਰਨ? ਦੇਖੋ, ਇਹ ਇੱਕ ਤਾਂ ਜਿਹੜੀ ਤੁਹਾਡੀ ਇਹ ਗੱਲ ਕਿ ਵੀ ਸੋਸ਼ਲ ਮੀਡੀਆ ਤੇ ਜਾਂਦਾ ਹੈ, ਨੋ ਡਾਊਟ, ਕਿਉਂਕਿ ਜਿੰਨੇ ਵੀ ਬੰਦੇ ਸਾਡੇ ਨਵੇਂ ਭੈਣ ਭਾਈ ਆਉਂਦੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕੀ ਕਰਨਾ ਤੇ ਕੀ ਨਹੀਂ ਕਰਨਾ। ਸੋਸ਼ਲ ਮੀਡੀਆ ਤੇ ਜਾਣਾ ਕੋਈ ਮਾੜਾ ਨਹੀਂ ਹੈ, ਚੰਗੀ ਗੱਲ ਹੈ, ਔਰ ਗਾਈਡ ਵੀ ਕਰਦੇ ਆ ਲੋਕ, ਦੱਸਦੇ ਵੀ ਆ। ਤੁਸੀਂ ਅਕਸਰ ਦੇਖਦੇ ਆ ਕਿ ਉੱਥੇ ਜਿਹੜੇ ਸਾਡੇ ਭੈਣ ਭਾਈ ਜਿਹੜੇ ਪੁਰਾਣੇ ਕਲਾਇੰਟ ਨੇ ਜਾਂ ਹੋਰ ਯਾਰ ਦੋਸਤ ਮਿੱਤਰ ਨੇ, ਉਹ ਇੱਕ ਦੂਜੇ ਨੂੰ ਰੈਫਰ ਕਰਦੇ ਆ, ਜਿਹੜਾ ਕਿ ਵਧੀਆ ਵਾ। ਪਰੰਤੂ ਉਹ ਇੱਕ ਰੈਫਰੈਂਸ ਇੱਕ ਬਹੁਤ ਵਧੀਆ ਗੱਲ ਹੈ। ਔਰ ਜੇ ਤੁਸੀਂ ਕਿਸੇ ਨੂੰ ਅੱਛਾ, ਮੰਨ ਲਓ ਕਿ ਮੇਰਾ ਕਲਾਇੰਟ ਪਿਛਲੇ ਮੈਨੂੰ 13 ਸਾਲ ਹੋ ਗਏ ਇੱਥੇ ਕੰਮ ਕਰਦੇ ਆ, ਜੋ ਕੋਈ 12 ਸਾਲ ਤੋਂ ਜਾਂ 10 ਸਾਲ ਤੋਂ ਮੇਰਾ ਕਲਾਇੰਟ ਹੈ, ਤਾਂ ਅਗਰ ਮੇਰੇ ਤੋਂ ਸੈਟਿਸਫਾਈਡ ਹੈ ਤਦੀ ਮੇਰੇ ਨਾਲ ਜੁੜਿਆ ਹੋਇਆ ਤੇ ਤਦੀ ਉਹ ਰੈਫਰੈਂਸ ਦਿੰਦਾ। ਰੈਫਰੈਂਸ ਸਭ ਤੋਂ ਬੈਸਟ ਹੈ, ਬਜਾਏ ਕਿ ਐਡ ਨਾਲੋਂ ਵੀ ਮੈਂ ਤਾਂ ਸਮਝਦਾ ਕਿ ਰੈਫਰੈਂਸ ਜ਼ਿਆਦਾ ਵਧੀਆ ਵਾ। ਬਿਲਕੁਲ ਸਹੀ ਹੈ। ਠੀਕ ਹੈ। ਦੂਜਾ ਇਹ ਹੈ ਕਿ ਵੀ ਜੇ ਤੁਸੀਂ ਕਿਸੇ ਵੀ ਦੇਖਣਾ ਚਾਹੁੰਦੇ ਹੋ, ਤੁਸੀਂ ਪਤਾ ਕਰਨਾ ਚਾਹੁੰਦੇ ਹੋ ਕਿ ਕੀ ਜਿਹੜੇ ਬੰਦੇ ਤੋਂ ਅਸੀਂ ਕੰਮ ਕਰਵਾ ਰਹੇ ਹਾਂ ਕੀ ਇਹ ਪ੍ਰੋਪਰ CPA ਹੈ ਕਿ ਨਹੀਂ ਹੈ, ਤਾਂ ਤੁਸੀਂ CPA ਨੂੰ ਕਾਲ ਕਰ ਸਕਦੇ ਹੋ। ਉਹ ਬਕਾਇਦਾ ਤੁਹਾਨੂੰ ਦੱਸਣਗੇ ਕਿ ਹਾਂਜੀ, ਅਗਰ ਤੁਸੀਂ ਪੁੱਛਦੇ ਹੋ ਵੀ ਬਈ ਕੈਲਾਸ਼ ਸਿੰਗਲਾ ਕੀ ਉਹ CPA ਹੈ, ਤਾਂ ਉਹ ਤੁਹਾਨੂੰ ਦੱਸਣਗੇ ਕਿ ਹੈਗਾ ਕਿ ਨਹੀਂ ਹੈਗਾ। ਕੀ ਕੋਈ ਇਦਾਂ ਦੀ ਵੈਬਸਾਈਟ ਹੈਗੀ ਜਿੱਥੇ ਉਹ ਜਾ ਕੇ ਸਰਚ ਕਰ ਸਕਦੇ ਹੋਣ? ਪਰੰਤੂ ਟੈਕਸ ਏਜੰਟ ਦੀ ਜਿਹੜੀ TPB ਦੀ ਟੈਕਸ ਪ੍ਰੈਕਟੀਸ਼ਨਰਸ ਬੋਰਡ ਹੈ ਸਾਡਾ ਜਿਹੜਾ, ਉਹਦੀ ਸਾਈਟ ਤੇ ਜਾ ਕੇ ਅਗਰ ਤੁਸੀਂ ਪਾਓ ਕੈਲਾਸ਼ਦੀਪ ਸਿੰਗਲਾ ਜਾਂ ਕੈਲਾਸ਼ ਸਿੰਗਲਾ, ਤਾਂ ਉੱਥੇ ਮੇਰਾ ਰਜਿਸਟਰਡ ਨੰਬਰ ਨਿਕਲਿਆ ਆਏਗਾ, ਕਦੋਂ ਤੋਂ ਮੈਨੂੰ ਲਾਇਸੈਂਸ ਮਿਲਿਆ ਹੈ ਉਹ ਨਿਕਲਿਆ ਆਏਗਾ, ਤੇ ਸਾਰਾ ਕੁਝ ਪਤਾ ਲੱਗੇਗਾ। ਉੱਥੋਂ ਤੁਹਾਨੂੰ ਇਹ ਪਤਾ ਲੱਗ ਜਾਏਗਾ ਕਿ ਹਾਂ ਵੀ ਇਹ ਵੈਲਿਡ ਟੈਕਸ ਏਜੰਟ ਹੈ। ਸਹੀ ਹੈ। ਵੀ ਇਹ ਨਹੀਂ ਕਿ ਕੋਈ ਵੀ ਐਵੇਂ ਕੋਈ ਕਿਸੇ ਨੂੰ ਕਹਿ ਦਈਏ ਕਿ ਇਹ ਟੈਕਸ ਏਜੰਟ ਹੈ ਜਾਂ CPA ਹੈ, ਉਹ ਨਹੀਂ ਹੈ। ਸਹੀ ਹੈ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਸਰ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ ਦੋਸਤੋ, ਹੁਣ ਆਪਣੇ ਨਾਲ ਸੀ ਕੈਲਾਸ਼ ਸਿੰਗਲਾ ਜੀ, ਜੋ ਕਿ CPA ਹੈ ਆਸਟ੍ਰੇਲੀਆ ਦੇ ਐਡੀਲੇਡ ਵਿੱਚ, ਯਾਨੀ ਸਾਊਥ ਆਸਟ੍ਰੇਲੀਆ ਸਟੇਟ ਦੇ ਵਿੱਚ। ਸੋ ਇਹਨਾਂ ਨੇ ਐਂਡ ਤੇ ਆਪਾਂ ਨੂੰ ਇਹ ਚੀਜ਼ ਦੱਸੀ ਹੈ ਕਿ ਕੀ ਜੇ ਤੁਸੀਂ ਸਹੀ ਪਰਖ ਕਰਨੀ ਹੋਵੇ ਕਿ ਕਿਹੜੇ ਅਕਾਊਂਟੈਂਟ ਕੋਲ ਤੁਸੀਂ ਜਾਣਾ ਹੈ, ਕਿਉਂਕਿ ਮੇਰੀ ਨਿਗਾਹ 'ਚ ਮੈਂ ਇੱਥੇ ਦੇਖਿਆ ਬਹੁਤ ਸਾਰੇ ਲੋਕਾਂ ਨੇ ਆਪਣੀ ਟੈਕਸ ਰਿਟਰਨਸ ਉਹਨਾਂ ਲੋਕਾਂ ਤੋਂ ਫਾਈਲ ਕਰਵਾ ਲਈਆਂ ਜਿਹੜੇ ਕਿ ਸਰਕਾਰ ਦੀ ਨਿਗਾਹ 'ਚ ਰਜਿਸਟਰਡ ਵੀ ਨਹੀਂ ਸੀਗੇ, ਜਿਹੜੇ ਕਿ ਘਰੇ ਬੈਠ ਕੇ ਹੀ ਜਿਨ੍ਹਾਂ ਨੂੰ ਨੌਲੇਜ ਸੀ ਸਿਰਫ ਟੈਕਸ ਰਿਟਰਨ ਭਰਨ ਦੀ, ਤੇ ਉਹ ਕੰਮ ਕਰ ਰਹੇ ਆ ਤੇ ਇਸ ਐਡ 'ਚ ਉਹ ਪੈਸੇ ਲੋਕਾਂ ਤੋਂ ਲੈ ਰਹੇ ਆ ਜੋ ਵੀ ਹੈ। ਬਟ ਮੈਂ ਤੁਹਾਨੂੰ ਇਹੀ ਸਹੀ ਐਡਵਾਈਸ ਕਰੂੰਗਾ ਕਿ ਤੁਸੀਂ ਗਵਰਨਮੈਂਟ ਦੀ ਸਾਈਟ ਤੇ ਜਾ ਕੇ ਜਾਂ ਜਿਸ ਪਰਸਨ ਦੇ ਤੁਹਾਨੂੰ ਰਿਵਿਊਜ਼ ਅੱਛੇ ਮਿਲ ਰਹੇ ਆ ਉਹਦੀ ਪ੍ਰੋਫਾਈਲ ਚੈੱਕ ਕਰਕੇ ਹੀ ਸਹੀ ਪਰਸਨ ਡਿਸਾਈਡ ਕਰਕੇ ਹੀ ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਰੋ। ਸ਼ੁਕਰੀਆ ਦੋਸਤੋ, ਮਿਲਾਂਗੇ ਤੁਹਾਨੂੰ ਇੱਕ ਨਵੇਂ ਐਪੀਸੋਡ ਦੇ ਨਾਲ। ਥੈਂਕ ਯੂ।